सब गोबिंद है, सब गोबिंद है, गोबिंद बिन नहीं कोई। सूत एक मन सत सहांसर, जैसे ओत प्रोत प्रभ सोई। जल तरंगर फेन बुध बुधा, जलते पिन ना होई। कह नामदेव पार ब्रह्म की लीला, विचरत आन न कोई। ऐसे शब्द ਤੁਸੀਂ ਸੁਣ ਵੀ ਲੈਂਦੇ ਹੋ, ਸਮਝਣ ਦੀ ਵੀ ਕੋਸ਼ਿਸ਼ ਕਰਦੇ ਹੋ, ਪਰ ਸਮਝ ਦੇ ਵਿੱਚ ਆ ਨਹੀਂ ਸਕਦੇ ਹਨ, ਕਿਉਂਕਿ ਇਹ ਸਮਝ ਤੋਂ ਪਰੇ ਦੀਆਂ ਗੱਲਾਂ ਹਨ। ਹੁਣ ਜਦੋਂ ਕਿਹਾ ਜਾਂਦਾ ਨਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਇੱਥੇ ਮੈਂ ਗੋਬਿੰਦ ਨਹੀਂ ਕਿਹਾ ਹੈ ਵੀ ਮੈਂ ਰੱਬ ਹਾਂ। ਮੈਂ ਭੁੱਲ ਕਿਵੇਂ ਗਿਆ ਆਪਣੇ ਆਪ ਨੂੰ। ਨਹੀਂ, ਜਿਹੜਾ ਜਾਣ ਲੈਂਦਾ ਹੈ ਉਹ ਜਾਣਦਾ ਹੈ ਸਭ ਹੀ, ਤੁਸੀਂ ਵੀ ਪਰਮਾਤਮਾ ਹੋ, ਸਾਰੇ ਹੀ ਇੱਕੋ ਹੀ। ਭੇਦ ਥੋੜ੍ਹੀ ਹੈ ਜਲ ਤਰੰਗ ਔਰ ਫੇਨ ਬੁੱਧ, ਅਭੇਦ ਹੈ। ਅਦਵੈਤ ਹੈ, ਦੋ ਥੋੜ੍ਹੀ ਹਨ। ਸਾਗਰ ਤੇ ਸਾਗਰ ਦੀ ਲਹਿਰ ਦੋ ਥੋੜ੍ਹੀ ਹੈ, ਇੱਕੋ ਹੀ। ਐਸੇ ਸ਼ਬਦ ਬਹੁਤ ਹਨ। ਆਪੇ ਆਪ ਸਗਲ ਮੇਹ ਆਪ, ਅਨਿਕ ਜੁਗਤ ਰਚ ਥਾਪ ਉਥਾਪ। ਅਬਨਾਸ਼ੀ ਨਾਹੀ ਕਛ ਖੰਡ, ਤਾਰਨ ਤਾਰ ਰਹਿਓ ਬ੍ਰਹਮੰਡ। ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ। ਇਹਨੂੰ ਵਿਚਾਰ ਕੇ ਦੇਖਿਓ, ਤੁਹਾਡੀ ਸਮਝ ਵਿੱਚ ਕੁਝ ਵੀ ਨਹੀਂ ਆਉਣਾ, ਪਰ ਤੁਸੀਂ ਤਰਕ ਵੀ ਨਹੀਂ ਕਰਦੇ ਹੋ, ਕਿਉਂਕਿ ਬਾਬੇ ਨਾਨਕ ਨੇ ਲਿਖਿਆ ਨਾ, ਉਹਨਾਂ 'ਤੇ ਤਰਕ ਕਿਵੇਂ ਹੋ। ਉਹ ਕਹਿ ਸਕਦੇ ਸਨ ਜੋ ਮਰਜ਼ੀ। ਸਮਕਾਲੀਨ ਜਿਹੜਾ ਹੁੰਦਾ ਹੈ ਨਾ, ਉਹ 'ਤੇ ਤਰਕ ਹੁੰਦਾ ਹੈ। ਪਰ ਤਰਕ ਦੁਆਰਾ ਸਮਝ ਵਿੱਚ ਥੋੜ੍ਹੀ ਆਉਂਦੀ ਹੈ ਗੱਲ। ਕੁਛ ਐਸਾ ਹੈ ਜਿਹੜਾ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ ਹੈ, ਪਰ ਸਮਝਦਾਰ ਕਦੀ ਐਸੀ ਗੱਲ ਨਹੀਂ ਸਮਝਦਾ ਹੈ ਵੀ ਮੇਰੀ ਸਮਝ ਦੇ ਵਿੱਚ ਨਾ ਆਵੇ। ਇੰਨਾ ਪੜ੍ਹੇ ਲਿਖੇ, ਇੰਨੇ ਸਮਝਦਾਰ ਵਿਗਿਆਨਿਕ ਵੀ ਇਹੋ ਕਹਿੰਦੇ ਹਨ ਨਾ ਵੀ ਜਿਹੜੀ ਗੱਲ ਸਮਝ ਵਿੱਚ ਹੀ ਨਾ ਆਵੇ, ਉੱਧਰੋਂ ਚੱਲਣਾ ਹੀ ਨਹੀਂ ਚਾਹੀਦਾ। ਧਾਰਮਿਕ ਲੋਕ ਉਹ ਗੱਲਾਂ ਕਰਦੇ ਹਨ ਜਿਹੜੀਆਂ ਸਮਝ ਵਿੱਚ ਹੀ ਨਹੀਂ ਆਉਂਦੀਆਂ, ਉਹਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜਾ ਸਮਝ ਵਿੱਚ ਹੀ ਨਹੀਂ ਆਉਂਦਾ। ਉਹਦੀ ਗੱਲ ਦੱਸ ਰਹੇ ਹਨ ਜਿਹੜੀ ਗੱਲ ਕੀਤੀ ਨਹੀਂ ਜਾ ਸਕਦੀ। ਤੇ ਇਹ ਤਾਂ ਬੇਸਮਝੀ ਦਾ ਕੰਮ ਹੋ ਗਿਆ ਨਾ। ਅਸੀਂ ਕੁਝ ਖੋਜਦੇ ਹਾਂ ਬਾਹਰ, ਤਾਂ ਉਹਦੇ ਬਾਰੇ ਸਾਫ਼-ਸਾਫ਼ ਦੱਸ ਦਿੰਦੇ ਹਾਂ, ਆਹ ਵਿਧੀ ਆ, ਥਿਊਰੀ ਹੈ, ਇਸ ਢੰਗ ਦੇ ਨਾਲ ਅਸੀਂ ਇਹਨੂੰ ਖੋਜਿਆ। ਤੇ ਸਾਰਿਆਂ ਦੇ ਸਾਹਮਣੇ ਦੇਖ ਲਓ। ਪਰ ਧਰਮ ਬੜੀ ਅਬੂਝ ਪਹਿਲੀ ਹੈ। ਧਰਮ ਇਹ ਕਹਿੰਦਾ ਹੈ ਵੀ ਬੁੱਧੀ ਦਾ ਉਪਯੋਗ ਸੰਸਾਰ ਵਾਸਤੇ ਹੁੰਦਾ ਹੈ। ਇਹ ਸੰਸਾਰ ਵਾਸਤੇ ਪੈਦਾ ਹੋਈ ਹੈ ਅਤੇ ਸੰਸਾਰ ਦੇ ਵਿੱਚ ਹੀ ਉਪਯੋਗੀ ਹੈ। ਬੁੱਧੀ ਤਾਂ ਮਨ, ਅਤੇ ਜੇ ਸੰਸਾਰ ਦੇ ਵਿੱਚ ਖੋਜਣਾ ਹੈ ਕੁਝ, ਤਾਂ ਬੁੱਧੀ ਦੁਆਰਾ ਖੋਜਣਾ ਹੈ। ਪਰ ਧਰਮ ਕਹਿੰਦਾ ਹੈ
ਵੀ ਤੁਸੀਂ ਖੋਜਣ ਵਾਲੇ ਨੂੰ ਖੋਜਣਾ ਹੈ, ਤੇ ਫਿਰ ਬੁੱਧੀ ਦੁਆਰਾ ਨਹੀਂ ਖੋਜਿਆ ਜਾਵੇਗਾ। ਬੁੱਧੀ ਦੁਆਰਾ ਬਾਹਰ ਖੋਜਣਾ ਹੈ, ਕੋਈ ਸੰਸਾਰ ਦੇ ਵਿੱਚ ਉਪਲਬਧ ਕਰਨਾ ਹੈ, ਤੇ ਖੋਜਣ ਵਾਲੇ ਨੂੰ ਖੋਜਣਾ ਹੈ, ਅੰਦਰ ਹੈ ਜਿਹੜਾ ਤੁਹਾਡੇ, ਉਹਦੇ ਵਾਸਤੇ ਅੰਦਰ ਜਾਣਾ ਪਵੇਗਾ। ਉਹਦੇ ਵਾਸਤੇ ਬੁੱਧੀ ਉਪਯੋਗੀ। ਬੁੱਧੀ ਸ਼ੂਦਰ ਨੂੰ ਜਾਣ ਸਕਦੀ, ਵਿਰਾਟ ਨੂੰ ਥੋੜ੍ਹੀ, ਕਿਉਂਕਿ ਸ਼ੂਦਰ ਤੋਂ ਪੈਦਾ ਹੋਈ, ਸ਼ੂਦਰ ਨੂੰ ਜਾਣੋ। ਤੇ ਵਿਰਾਟ ਜਿਹੜਾ ਹੈ ਨਾ, ਉਹ ਬੁੱਧੀ ਦੀ ਪਹੁੰਚ ਤੋਂ ਪਰੇ ਹੈ, ਕਿਉਂਕਿ ਪਿੱਛੇ ਹੈ ਨਾ। ਇਸੇ ਕਰਕੇ ਉਹਨੂੰ ਅਗਮ ਗੋਚਰ ਕਿਹਾ। ਅਗਾਧ ਬੋਧ, ਨਾ ਦੇਖਿਆ ਜਾਂਦਾ, ਨਾ ਸੁਣਿਆ ਜਾਂਦਾ, ਨਾ ਸੋਚਿਆ ਜਾਂਦਾ, ਨਾ ਵਿਚਾਰਿਆ ਜਾਂਦਾ, ਨਾ ਬੁੱਧੀ ਦੀ ਪਕੜ ਵਿੱਚ ਆਉਂਦਾ, ਕਿਉਂਕਿ ਉਹਦੇ ਤੋਂ ਬੁੱਧੀ ਚੱਲ ਰਹੀ ਹੈ। ਪਿੱਛੇ ਕਿਹਾ ਸੀ ਨਾ, ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂ। ਜੇ ਤੋਂ ਬੁੱਧੀ ਪੈਦਾ ਹੋਈ ਹੈ, ਉਹਨੂੰ ਵਾਪਸ ਨਹੀਂ ਜਾਣ ਸਕਦਾ। ਉਹਨੂੰ ਜਾਣਨਾ ਹੈ ਤੇ ਬੁੱਧੀ ਨੂੰ ਛੱਡਣਾ ਪਵੇਗਾ। ਪਰ ਤੁਸੀਂ ਸੋਚਦੇ ਹੋ ਕਿ ਸਾਡੀ ਸਮਝ ਵਿੱਚ ਹੀ ਨਹੀਂ ਆ ਰਹੀ ਹੈ ਗੱਲ। ਨਹੀਂ, ਸਮਝਾਉਣ ਵਾਸਤੇ ਨਹੀਂ ਕਿਹਾ ਜਾ ਰਿਹਾ ਹੈ, ਵਾਰ-ਵਾਰ ਇਹੋ ਕਿਹਾ ਜਾ ਰਿਹਾ ਹੈ ਕਿ ਸਮਝ ਨੂੰ ਛੱਡਣਾ ਹੈ। ਸਮਝ ਦੁਆਰਾ ਤੁਸੀਂ ਸਰੀਰ ਦੇ ਨਾਲ ਜੁੜ ਜਾਂਦੇ ਹੋ, ਮੈਂ ਦੇ ਨਾਲ ਜੁੜ ਜਾਂਦੇ ਹੋ। ਜੋ ਵੀ ਸਮਝਦੇ ਹੋ ਤੁਸੀਂ, ਸਾਰੇ ਵਿਚਾਰ ਤੁਹਾਡੇ ਬਾਹਰੋਂ ਇਕੱਠੇ ਕੀਤੇ ਹੋਏ ਹਨ, ਉਹਦੇ ਦੁਆਰਾ ਤੁਸੀਂ ਸਮਝ ਰਹੇ ਹੋ, ਉਹ ਸਮਝ ਦੇ ਨਾਲ ਜੁੜ ਗਏ। ਹੁਣ ਲਹਿਰ ਦੀ ਤਰ੍ਹਾਂ ਰਹਿੰਦੇ ਹੋਏ ਲਹਿਰ ਸਾਗਰ ਨੂੰ ਕਿਵੇਂ ਜਾਣੂਗੀ? ਹੁਣ ਲਹਿਰ ਦੀ ਤਰ੍ਹਾਂ ਕੋਈ ਕਹੀ ਵੀ ਜਾਵੇ ਮੈਂ ਪਰਮਾਤਮਾ ਹਾਂ, ਮੈਂ ਰੱਬ ਹਾਂ, ਇੱਦਾਂ ਤਾਂ ਦੁਹਰਾਉਂਦੇ ਹਨ ਵੇਦਾਂਤੀ, ਅਹੰ ਬ੍ਰਹਮਾਸਮੀ, ਮੈਂ ਪਰਮਾਤਮਾ। ਦੁਹਰਾਉਣ ਦੇ ਨਾਲ ਪਰਮਾਤਮਾ ਥੋੜ੍ਹੀ ਹੋ ਜਾਊਗੀ। ਪਰਮਾਤਮਾ ਦੇ ਨਾਮ ਦੁਹਰਾਉਣ ਦੇ ਨਾਲ ਵੀ ਪਰਮਾਤਮਾ ਨਹੀਂ ਹੋਣਾ। ਮਿਟਣਾ ਹੈ, ਲਹਿਰ ਦੀ ਤਰ੍ਹਾਂ ਜਿਹੜਾ ਮਿਟ ਜਾਂਦਾ ਹੈ, ਉਹ ਸਾਗਰ ਨੂੰ, ਲਹਿਰ ਮਿਟ ਕੇ ਸਾਗਰ ਨੂੰ ਜਾਣਦੀ। ਤਦੇ ਕਿਹਾ ਨਾ, ਆਪ ਗਵਾਈਏ ਤਾਂ ਸਹੁ ਪਾਈ, ਅਵਰ ਕੈਸੀ ਚਤਰਾਈ। ਚਤਰਾਈ ਕੰਮ ਥੋੜ੍ਹੀ ਆਉਂਦੀ ਹੈ ਸਿਆਣਪ ਉੱਤੇ। ਸਿਆਣੇ ਮਨੁੱਖ ਤੇ ਸੰਸਾਰ ਦੇ ਵਿੱਚ ਕਾਮਯਾਬ ਹੁੰਦੇ ਹਨ, ਸਮਝਦਾਰ। ਧਰਮ ਵੱਲ ਨੂੰ ਤੇ ਕੋਈ ਬੇਸਮਝ ਜਾਂਦੇ, ਦੀਵਾਨੇ ਮਸਤਾਨੇ ਬਹੁਰਾਨੇ। ਇਸੇ ਕਰਕੇ ਤੇ ਲੋਕ ਜਦੋਂ ਹੁੰਦੇ ਹਨ ਨਾ ਐਸੇ, ਉਹਨਾਂ ਨੂੰ ਵਾਸਤਵ ਵਿੱਚ ਕਹਿੰਦੇ ਵੀ ਹਨ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬੌਰਾ। ਦੀਵਾਨੇ ਬੌਰਾਨੇ ਹੈ ਹੀ। ਸਾਰੀ ਦੁਨੀਆ ਸੰਸਾਰ ਵਿੱਚ ਨੱਠ ਰਹੀ ਹੈ, ਕੁਛ ਨਾ ਕੁਛ ਪਾਉਣ ਵਾਸਤੇ, ਉਪਲਬਧ ਕਰਨ ਵਾਸਤੇ। ਕੁਛ ਤਰੱਕੀ ਕਰੀਏ ਸੰਸਾਰ 'ਚ, ਕੁਛ ਪਾਈ, ਤੇ ਸੰਸਾਰ ਨੂੰ ਪਿੱਠ ਕਰਕੇ ਮੂੰਹ ਮੋੜ ਕੇ ਬੈਠ ਗਏ। ਤੇ ਸਮਝਦਾਰੀ ਦਾ ਕੰਮ ਥੋੜ੍ਹੀ ਹੈ। ਸਮਝਦਾਰ ਤੇ ਸੰਸਾਰ ਦੇ ਵਿੱਚ ਸਫਲ ਹੁੰਦੇ ਹਨ। ਤੁਸੀਂ ਸਮਝਦਾਰ ਕਿਹਨੂੰ ਸਮਝਦੇ ਹੋ? ਜਿਹੜਾ ਸੰਸਾਰ ਦੇ ਵਿੱਚ ਤਰੱਕੀ ਕਰਦਾ, ਮਕਾਨ ਬਣਾਉਂਦਾ, ਕੋਠੀਆਂ ਬਣਾਉਂਦਾ, ਬਿਲਡਿੰਗਾਂ ਬਣਾਉਂਦਾ। ਕੋਈ ਰਾਜਨੀਤੀ 'ਤੇ ਤਰੱਕੀ ਕਰਦਾ, ਕੋਈ ਬਿਜ਼ਨਸ ਤਰੱਕੀ ਕਰਦਾ, ਕੋਈ ਵਿਦੇਸ਼ਾਂ 'ਚ ਜਾਂਦਾ, ਕਹਿੰਦੇ ਆਹ ਹੈ ਨਾ ਸਮਝਦਾਰ। ਉਹਨੂੰ ਬੇਸਮਝੀ ਕਹੋਗੇ ਜਿਹੜਾ ਸਾਰਾ ਕੁਝ ਛੱਡ ਛਡਾ ਕੇ ਬੈਠ ਗਿਆ ਦਰਖਤ ਥੱਲੇ, ਅੱਖਾਂ ਬੰਦ ਕਰ। ਪਰ ਉਹ ਬੇਸਮਝ ਹੋਣਾ ਜ਼ਿਆਦਾ ਵਧੀਆ ਹੈ। ਸਮਝ ਨੂੰ ਛੱਡਣਾ ਬਹੁਤ ਔਖਾ ਹੈ।
ਫਿਰ ਸਮਝ ਦੇ ਨਾਲ ਆਦਮੀ ਜੁੜ ਜਾਂਦਾ ਹੈ। ਸਮਝ ਪੈਦਾ ਹੁੰਦੀ ਹੈ ਸਮਾਜ 'ਚੋਂ। ਕਈਆਂ ਦੀ ਧਾਰਮਿਕ ਸਮਝ ਹੁੰਦੀ ਹੈ, ਜਿਹੜੇ ਧਰਮ ਦੇ ਵਿੱਚ ਹੁੰਦੇ ਹਨ, ਵੈਸੀ ਵਿਚਾਰਧਾਰਾ ਦੇ ਨਾਲ ਜੁੜ ਜਾਂਦੇ ਹਨ, ਉਹ ਵੈਸੀ ਸਮਝ ਨੂੰ ਲੈ ਕੇ ਚੱਲਦੇ। ਜਿਵੇਂ ਆ ਭੁਪਿੰਦਰ ਸਿੰਘ, ਇਹਨਾਂ ਨੇ ਬਹੁਤ ਸਾਰੇ ਮੈਸੇਜ ਮੈਨੂੰ ਪਰਸਨਲ ਕੀਤੇ ਹਨ, ਬਹੁਤ ਕੁਝ ਪੁੱਛਿਆ ਵੀ ਹੈ। ਇਹਨਾਂ ਨੇ ਧਰਮ 'ਤੇ ਤਰਕ ਕੀਤਾ ਹੈ, ਖਾਲਸੇ ਬਾਰੇ ਪੁੱਛਿਆ ਹੈ, ਅਰਦਾਸ ਬਾਰੇ ਪੁੱਛਿਆ ਹੈ। ਹੁਣ ਇਹਨਾਂ ਨੇ ਥੱਲੇ ਅੱਜ ਵੀ ਲਿਖਿਆ ਹੈ ਕਿ ਪਰਮਾਤਮਾ ਨੂੰ ਸਿੱਖੀ ਦੁਆਰਾ ਕਿਵੇਂ ਦੇਖਿਆ ਜਾਂਦਾ ਹੈ, ਭਾਵ ਕਿ ਸਿੱਖ ਕਿਵੇਂ ਪਰਮਾਤਮਾ ਨੂੰ ਦੇਖਦੇ। ਸਿੱਖਾਂ ਦੇ ਵਿੱਚ ਕੋਈ ਅਲੱਗਾ ਪਰਮਾਤਮਾ ਥੋੜ੍ਹੀ ਹੈ। ਜਦੋਂ ਕਿਹਾ ਜਾਂਦਾ ਹੈ ਸਭ ਕੁਝ ਹੁਕਮ ਅਨੁਸਾਰ ਹੋ ਰਿਹਾ ਹੈ, ਨਿਯਮ ਅਨੁਸਾਰ ਹੋ ਰਿਹਾ, ਤਾਂ ਉਹਦਾ ਕੀ ਭਾਵ ਹੈ ਵੀ ਹੁਕਮ ਅਨੁਸਾਰ ਪਰਮਾਤਮਾ ਸਿੱਖਾਂ ਨੂੰ ਹੀ ਚਲਾਉਂਦਾ ਹੈ, ਮੁਸਲਮਾਨਾਂ ਨੂੰ ਨਹੀਂ ਚਲਾਉਂਦਾ, ਈਸਾਈਆਂ ਨੂੰ, ਹਿੰਦੂਆਂ ਨੂੰ ਨਹੀਂ ਚਲਾਉਂਦਾ। ਜਦੋਂ ਸਾਰਿਆਂ ਨੂੰ ਇੱਕੋ ਹੀ ਚਲਾਉਣ ਵਾਲਾ ਹੈ ਤੇ ਫਿਰ ਪਰਮਾਤਮਾ ਵੱਖ ਹੋ ਗਿਆ ਸਿੱਖਾਂ ਦਾ ਤੇ ਦੂਜਿਆਂ ਦਾ ਵੱਖ। ਤੇ ਇਹਨਾਂ ਦਾ ਧਰਮ ਦੇ ਨਾਲ ਬੜਾ ਮੋਹ ਹੈ, ਸਿੱਖੀ ਦੇ ਨਾਲ ਮੋਹ ਹੈ। ਸਿੱਖੀ 'ਤੇ ਤਰਕ ਕਰਦੇ ਹਨ, ਪਰ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਸਿੱਖ ਹੋ ਕੇ ਸਿੱਖੀ 'ਤੇ ਤਰਕ ਕਰਦੇ। ਇਹ ਵੀ ਡਰ ਹੈ ਨਾ, ਤਦ ਦੇ ਗਰੁੱਪ ਦੇ ਵਿੱਚ ਨਹੀਂ ਪਾਉਂਦੇ, ਲੋਕ ਕੀ ਕਹਿਣਗੇ। ਤੇ ਇਹਨਾਂ ਨੇ ਇਹ ਵੀ ਕਿਹਾ ਹੈ ਵੀ ਮੂਲ ਮੰਤਰ ਦੇ ਵਿੱਚ ਪਰਮਾਤਮਾ ਦਾ ਸਰੂਪ ਬਿਆਨ ਕੀਤਾ ਹੈ। ਪਿੱਛੇ ਜੇ 5-6 ਪੌੜੀਆਂ ਤੱਕ ਜਪਜੀ ਸਾਹਿਬ ਜੀ ਦੀਆਂ ਵਿਚਾਰ ਹੋਈ ਸੀ, ਮੂਲ ਮੰਤਰ ਦੀ ਛੱਡ ਦਿੱਤੀ ਸੀ। ਕਿਤੇ ਫਿਰ ਸਮਾਂ ਆਵੇਗਾ, ਫਿਰ ਆਪਾਂ ਕਰਾਂਗੇ। ਮੈਨੂੰ ਲੱਗਦਾ ਹੈ ਵੀ ਹੁਣ ਸਮਾਂ ਆ ਗਿਆ ਹੈ। ਤੁਸੀਂ ਵਾਸਤਵਿਕ ਦੇ ਵਿੱਚ ਸੁਣਨ ਨੂੰ ਤਿਆਰ ਹੋਵੋਗੇ ਤੇ ਉਹਦੇ 'ਤੇ ਵੀ ਵਿਚਾਰ ਕਰਾਂਗੇ। ਪਰ ਜਿਹੜਾ ਮੋਹ ਹੈ ਨਾ ਤੁਹਾਡਾ, ਉਹ ਵੀ ਮੈਂ ਦੇ ਕਰਕੇ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਉਪਦੇਸ਼ ਥੋੜ੍ਹੀ ਦਿੱਤਾ ਹੈ, ਉਹ ਤਾਂ ਜਿਹੜਾ ਉਹਨਾਂ ਕੋਲ ਆਉਂਦਾ ਸੀ ਉਹਨੂੰ ਉਪਦੇਸ਼ ਦਿੰਦੇ ਸਨ, ਅਤੇ ਉਹਨਾਂ ਦੇ ਨਾਲ ਜਿਹੜਾ ਜੁੜਨ ਵਾਲਾ ਉਹਨੂੰ ਸਿੱਖ ਕਹਿ ਦਿੰਦੇ ਸੀ। ਉਪਦੇਸ਼ ਤਾਂ ਉਹਨਾਂ ਨੇ ਸਾਰਿਆਂ ਨੂੰ ਦਿੱਤਾ ਹੈ, ਚੌ ਵਰਨਾ ਕੋ ਸਾਂਝ, ਸਾਰਿਆਂ ਨੂੰ ਦਿੱਤਾ, ਕੋਈ ਫਰਕ ਥੋੜ੍ਹੀ ਕੀਤਾ। ਅਤੇ ਹੁਣ ਵੀ ਜਿਹੜਾ ਮਰਜ਼ੀ ਸੁਣੇ ਉਪਦੇਸ਼, ਕਿਉਂਕਿ ਪਰਮਾਤਮਾ ਤਾਂ ਇੱਕੋ ਹੀ ਹੈ, ਫਰਕ ਥੋੜ੍ਹੀ ਹੈ। ਸਿਰਫ ਸਮਝਾਉਣ ਦੇ ਵਿੱਚ ਫਰਕ ਹੁੰਦਾ ਹੈ, ਸਮਝਣ ਦੇ ਵਿੱਚ ਫਰਕ ਹੁੰਦਾ ਹੈ, ਜਾਂ ਸਮਝਾਉਣ ਵਾਲੇ ਜਿਨ੍ਹਾਂ ਨੂੰ ਸਮਝਾ ਰਹੇ ਹਨ ਉਹਨਾਂ ਨੂੰ ਦੇਖ ਕੇ ਬੋਲਦੇ ਹਨ, ਸਮੇਂ ਦੇ ਲਿਹਾਜ਼ ਦੇ ਨਾਲ ਵੀ ਕੀ ਸਮਝ ਸਕਦੇ ਹਨ, ਉਹ ਹਿਸਾਬ ਨਾਲ ਸਮਝਾਉਂਦੇ। ਇਹੋ ਹੀ ਫਰਕ ਹੁੰਦਾ, ਗੱਲ ਇੱਕੋ ਹੀ ਹੈ। ਅਤੇ ਪਰਮਾਤਮਾ ਤੋਂ ਤੁਸੀਂ ਜੁਦਾ ਨਹੀਂ ਹੋਏ ਹੋ, ਨਾ ਹੋ ਸਕਦੇ ਹੋ। ਸਿਰਫ ਤੁਸੀਂ ਬਾਹਰ ਸੰਸਾਰ ਵਿੱਚ ਖਿਆਲ ਹੋਣ ਕਰਕੇ ਭਿੰਨ ਹੋ ਗਏ ਹੋ, ਉਹ ਵੀ ਖਿਆਲ ਕਰਕੇ, ਵਾਸਤਵਿਕ ਦੇ ਵਿੱਚ ਨਹੀਂ।
ਤੁਸੀਂ ਵਿਚਾਰਾਂ ਦੇ ਵਿੱਚ ਖੋ ਗਏ ਹੋ, ਤੁਸੀਂ ਸੁੱਤੇ ਹੋਏ ਹੋ। ਹੁਣ ਸੁੱਤਾ ਹੋਇਆ ਆਦਮੀ ਸੁਪਨਾ ਦੇਖ ਰਿਹਾ ਹੋਵੇ ਤੇ ਸੁਪਨੇ ਦੇ ਵਿੱਚ ਉਹ ਦੁੱਖ ਪਾ ਰਿਹਾ ਹੋਵੇ, ਕਈਆਂ ਨੂੰ ਦੁਖਦਾਈ ਸੁਪਨਾ ਵੀ ਆਉਂਦਾ ਹੈ ਨਾ ਰਾਤ ਨੂੰ, ਤੇ ਕੋਈ ਜਾਗਰਤ ਪੁਰਸ਼ ਉਹਦੇ ਕੋਲ ਜਾਵੇ, ਤੁਹਾਨੂੰ ਜਗਾਉਣ ਦੀ ਕੋਸ਼ਿਸ਼ ਕਰੇ। ਤੋ ਸੁਪਨੇ ਦੇ ਵਿੱਚ ਤੋ ਕਹਿੰਦਾ ਤੂੰ ਜਾਗ ਪਹਿਲਾਂ, ਜਾਗ ਕੇ ਦੇਖੇਂਗਾ ਤਾਂ ਹੀ ਜੋ ਮੈਂ ਕਹਿ ਰਿਹਾ ਤੈਨੂੰ ਸਮਝ ਵਿੱਚ ਆਵੇਗਾ। ਪਰ ਉਹ ਸੁਪਨੇ 'ਚ ਹੀ ਸੁਣ ਰਿਹਾ। ਤੁਸੀਂ ਵਿਚਾਰਾਂ ਦੇ ਵਿੱਚ ਖੋਏ ਹੋ, ਵਿਚਾਰ ਹੀ ਵਿਚਾਰ ਚੱਲ ਰਹੇ ਹਨ। ਰਾਤ ਨੂੰ ਸੌਂਦੇ ਹੋ, ਇਹੋ ਵਿਚਾਰ ਤਸਵੀਰਾਂ ਬਣ ਜਾਂਦੀਆਂ, ਰਾਤ ਦਾ ਸੁਪਨਾ ਚੱਲ ਪੈਂਦਾ। ਤੇ ਵਿਚਾਰਾਂ ਤੋਂ ਹਟੋਗੇ ਤਦੇ ਹੀ ਵਾਰ-ਵਾਰ ਕਿਹਾ ਜਾਂਦਾ ਹੈ ਧਿਆਨ ਕਰੋ, ਸਿਮਰਨ ਕਰੋ, ਚਿੰਤਨ ਕਰੋ। ਉਹਦਾ ਭਾਵ ਇਹੋ ਹੀ, ਜਾਗੋ, ਵਿਚਾਰਾਂ ਤੋਂ ਮੁਕਤ ਹੋ, ਸੁਪਨਿਆਂ ਤੋਂ ਮੁਕਤ ਹੋ। ਵਿਚਾਰ ਹੁੰਦਾ ਹੈ ਸੰਸਾਰ ਦਾ, ਵਿਚਾਰ ਹੁੰਦਾ ਹੈ ਅਨੇਕਤਾ ਦਾ। ਸੰਸਾਰ ਅਨੇਕ ਹੈ, ਉਹਦਾ ਤੁਸੀਂ ਵਿਚਾਰ ਕਰ ਸਕਦੇ ਹੋ। ਲਹਿਰਾਂ ਅਨੇਕ ਹਨ, ਲਹਿਰਾਂ ਦਾ ਵਿਚਾਰ ਹੁੰਦਾ, ਪਰ ਥੱਲੇ ਸਾਗਰ ਇੱਕ ਹੈ। ਜਦੋਂ ਤੁਸੀਂ ਨਿਰਵਿਚਾਰ ਹੋ ਜਾਓਗੇ ਫਿਰ ਇੱਕ ਦੇ ਵਿੱਚ ਪ੍ਰਵੇਸ਼ ਕਰ ਜਾਓਗੇ। ਉੱਥੇ ਵਿਚਾਰ ਕਰਨ ਦੀ ਲੋੜ ਨਹੀਂ, ਸੋਚਣ ਦੀ ਲੋੜ ਨਹੀਂ। ਇਹੋ ਹੀ ਤਾਂ ਮੈਂ ਕਹਿੰਦਾ ਹਾਂ ਵਾਰ-ਵਾਰ। ਪਰ ਵਿਚਾਰਾਂ ਤੋਂ ਮੁਕਤ ਹੋਣਾ ਬਹੁਤ ਔਖਾ ਹੈ। ਵਿਚਾਰਾਂ ਤੋਂ ਮੁਕਤ ਹੋ ਗਏ, ਬੁੱਧੀ ਤੋਂ ਮੁਕਤ ਹੋ ਗਏ, ਬੁੱਧੀ ਤੋਂ ਮੁਕਤ ਹੋ ਗਏ, ਮਨ ਤੋਂ ਮੁਕਤ ਹੋ ਗਏ, ਮਨ ਤੋਂ ਮੁਕਤ ਹੋ ਗਏ, ਮੈਂ ਤੋਂ ਮੁਕਤ ਹੋ ਗਏ, ਹਉ ਤੋਂ ਮੁਕਤ ਹੋ ਗਏ। ਖੁਦੀ ਮਿੱਟੀ ਤਬ ਸੁਖ ਪਾਏ, ਮਨ ਤਨ ਪਾਏ ਰੋ। ਬਸ ਤੇ ਵਿਚਾਰਾਂ ਕਰਕੇ ਤੁਸੀਂ ਪਰਮਾਤਮਾ ਤੋਂ ਸੋਚਣ ਕਰਕੇ ਅਲੱਗਾ ਹੋ ਰਹੇ ਹੋ। ਥੋੜ੍ਹੀ, ਕੋਈ ਵੀ ਨਹੀਂ ਹੋ ਸਕਦਾ। ਤੇ ਇਹ ਤੇ ਬਹੁਤ ਵਾਰ ਤੁਸੀਂ ਗੁਰਬਾਣੀ ਦੇ ਵਿੱਚ ਦੇਖੋ, ਉਪਦੇਸ਼ ਬਹੁਤ ਵਾਰ ਦੱਸਿਆ ਹੋਇਆ। ਕਿ ਉਹ ਪ੍ਰਮਾਤਮਾ ਤੁਹਾਡੇ ਤੋਂ ਵੱਖ ਨਹੀਂ, ਪਰ ਤੁਹਾਡੀ ਦੇਖਣ ਵਾਲੀ ਅੱਖ ਨਹੀਂ। ਤੁਸੀਂ ਬਾਹਰ ਦੇਖਦੇ, ਉਹ ਅੰਦਰ ਦੇਖਦਾ। ਜਿਹੜਾ ਅੰਦਰ ਦੇਖਦਾ ਹੈ ਉਹਨੂੰ ਕੁਛ ਵੱਖ ਲੱਗਦਾ ਹੀ ਨਹੀਂ। ਜਿਵੇਂ ਕੋਈ ਲਹਿਰ ਸਾਗਰ ਦੇ ਵਿੱਚ ਡੁਬਕੀ ਮਾਰ ਗਈ, ਹੁਣ ਸਾਗਰ ਹੀ ਸਾਗਰ ਦਿਖਦਾ। ਸਾਰੀਆਂ ਲਹਿਰਾਂ ਦੇ ਵਿੱਚ ਵੀ ਸਾਗਰ ਦਿਖਦਾ। ਥੱਲਿਓਂ ਡੁਬਕੀ ਮਾਰ ਕੇ ਦੇਖੋਗੇ ਸਾਰੀਆਂ ਲਹਿਰਾਂ 'ਚ ਇੱਕੋ ਹੀ ਲਹਿਰ ਆ ਰਹੀ, ਪਰ ਉੱਪਰੋਂ ਕੰਢੇ 'ਤੇ ਖੜ੍ਹੇ ਹੋ ਕੇ ਦੇਖੋ ਤੇ ਲਹਿਰਾਂ ਹੀ ਲਹਿਰਾਂ, ਸਾਗਰ ਕਿਤੇ ਵੀ। ਇਸੇ ਕਰਕੇ ਸੰਸਾਰੀ ਲੋਕ ਕਹਿੰਦੇ ਹਨ ਨਾ ਪਰਮਾਤਮਾ ਹੈ ਹੀ ਨਹੀਂ। ਕਿੱਥੇ ਹੈ? ਦਿਖਦਾ ਹੀ ਨਹੀਂ। ਲਹਿਰਾਂ ਨੂੰ ਦੇਖ ਰਹੇ ਹਨ, ਬਾਹਰ ਖੜ੍ਹੇ ਹੋ ਕੇ ਦੇਖਦੇ। ਧਾਰਮਿਕ ਲੋਕ ਕਹਿੰਦੇ ਡੁਬਕੀ ਮਾਰੋ, ਡੁੱਬੋ, ਡੁੱਬ ਕੇ ਹੀ ਪਤਾ ਲੱਗੂਗਾ। ਮਿਟੋ, ਮਿਟ ਕੇ ਪਤਾ ਲੱਗੂਗਾ। ਜਿਵੇਂ ਪੰਜ ਪਿਆਰੇ ਮਿਟੇ ਸਨ, ਪਰ ਮਿਟਣਾ ਬਹੁਤ ਔਖਾ ਹੈ। ਮਿਟ ਕੇ ਹੀ ਪਤਾ ਲੱਗਦਾ ਹੈ। ਤੇ ਲਹਿਰ ਦੀ ਤਰ੍ਹਾਂ ਜਿਹੜਾ ਮਿਟ ਜਾਂਦਾ ਹੈ ਨਾ, ਉਹ ਕਹਿੰਦਾ ਹੈ ਅਹੰ ਬ੍ਰਹਮਾਸਮੀ। ਤੇ ਜਿਹੜਾ ਇਹ ਲਹਿਰ ਦੀ ਤਰ੍ਹਾਂ ਹੀ ਹੈ ਨਾ, ਉਹ ਕਹਿੰਦਾ ਮੈਂ ਪਰਮਾਤਮਾ, ਮੈਂ ਰੱਬ ਨਹੀਂ। ਤੁਸੀਂ ਜੇ ਲਹਿਰ ਦੀ ਤਰ੍ਹਾਂ ਬੋਲ ਰਹੇ। ਤੇ ਜਿਹੜਾ ਜਾਣਦਾ ਹੈ ਨਾ, ਉਹ ਸਾਗਰ ਦੀ ਤਰ੍ਹਾਂ ਬੋਲਦਾ ਹੈ ਵੀ ਸਾਰੀ ਜਗ੍ਹਾ ਇੱਕੋ ਹੀ ਹੈ। ਫਿਰ ਉਹਨੂੰ ਕੋਈ ਸਮੱਸਿਆ ਪਰੇਸ਼ਾਨੀ ਥੋੜ੍ਹੀ ਹੈ। ਉਹਦੇ ਭਾਣੇ ਕੋਈ ਭੁੱਲਿਆ ਹੋਇਆ ਵੀ ਨਹੀਂ ਹੈ।
तिसके भाणे कोई न भूला जिन सगलो ब्रह्म पछात। जिन्हें सारी जगह ਉਹਨੂੰ देख लिया ना, ਉਹਦੇ वास्ते कोई भुलिया भटकिया थोड़ी। ਉਹ ਤੇ ਆਪਣੀ ਮੌਜ ਦੇ ਨਾਲ ਬੋਲਦਾ ਹੈ, ਕੋਈ ਸੁਧਾਰਦਾ ਥੋੜੀ ਹੈ ਲੋਕਾਂ। ਇਸ ਕਰਕੇ ਨਿਸ਼ਚਿੰਤ, ਕੋਈ ਚਿੰਤਾ। ਹੁਣ ਗੁਰੂ ਨਾਨਕ ਦੇਵ ਜੀ ਨੇ ਇੰਨਾ ਸਫ਼ਰ ਕੀਤਾ, ਇੰਨੀ ਯਾਤਰਾ ਕੀਤੀ, ਲੋਕਾਂ ਨੂੰ ਸੁਧਾਰਨ ਵਾਸਤੇ ਥੋੜ੍ਹੀ ਵੀ ਵਿਗੜੇ ਹੋਏ ਆ, ਨਹੀਂ। ਉਹ ਤੇ ਇਉਂ ਹੈ ਜਿਵੇਂ ਕੋਈ ਫੁੱਲ ਖਿੜ ਜਾਂਦਾ ਹੈ ਨਾ, ਤੇ ਉਹਦੀ ਸੁਗੰਧ ਬਿਖਰਦੀ ਬਿਖਰਦੀ। ਇਹ ਸੁਭਾਵ ਹੈ। ਜਿਹਨੂੰ ਉਹ ਆਨੰਦ ਮਿਲਦਾ ਹੈ ਨਾ, ਤੋ ਉਹ ਆਨੰਦ ਜਿਹੜਾ ਹੈ ਨਾ, ਉਹ ਵਟਣਾ ਚਾਹੁੰਦਾ ਹੈ। ਜਦੋਂ ਧਰਮ ਦੀ ਉਪਲਬਧੀ ਹੁੰਦੀ ਹੈ, ਦਇਆ ਕੁਦਰਤੀ ਪੈਦਾ ਹੋ ਜਾਂਦੀ, ਪ੍ਰੇਮ ਕੁਦਰਤੀ ਆ ਜਾਂਦਾ ਉਹਦੇ ਅੰਦਰ। ਧੌਲ ਧਰਮ ਦਇਆ ਕਾ ਪੂਤ। ਜਿਹਦੇ ਅੰਦਰ ਦਇਆ ਆ ਜਾਂਦੀ ਹੈ, ਪ੍ਰੇਮ ਆ ਜਾਂਦਾ ਹੈ ਨਾ, ਤੋ ਫਿਰ ਵੰਡਦਾ ਹੈ। तो कुदरती है, स्वाभाविक है। जिवें कोई भर जाता है रस दे नाल फुल, फिर भौरे आउंदे हन दूरों दूरों चल के, ਉਹਦੇ ਚਾਰ ਸਪੇੜੇ ਟੋਲਦੇ ਹਨ, ਮਦਮਸਤ ਹੋ ਜਾਂਦੇ। ਭੌਰਿਆਂ 'ਚ ਵੀ ਉਹੀ ਹੈ, ਇੱਧਰ ਖੜਾਵ 'ਚ ਵੀ ਉਹੀ ਹੈ, ਸੁਗੰਧ ਦੇ ਵਿੱਚ ਵੀ ਉਹੀ, ਉਹੀ ਰਸ ਲੈ ਰਿਹਾ ਹੈ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਝੋਲੜਾ, ਆਪੇ ਸੇਜ ਪਤਾਰ। ਰੰਗ ਰੱਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਸਭ ਕੁਛ ਆਪ ਹੀ ਹੈ। ਤੇ ਫਿਰ ਜਦੋਂ ਇੱਕ ਫੁੱਲ ਖਿੜਦਾ ਹੈ ਨਾ, ਤੁਸੀਂ ਬਹਾਰ ਦੇ ਵਿੱਚ ਦੇਖਿਆ ਹੋਵੇਗਾ, ਫਿਰ ਅਗਲੇ ਸਾਲ ਹੋਰ ਫੁੱਲ ਖਿੜਦੇ ਹਨ, ਹੋਰ ਖਿੜਦੇ ਹਨ। ਫਿਰ ਪ੍ਰਭੂ ਦੀ ਬਗੀਚੀ ਜਿਹੜੀ ਹੈ ਨਾ, ਉਹ ਫੁੱਲਾਂ ਦੇ ਨਾਲ ਭਰ ਜਾਂਦੀ। ਤੇ ਜਦੋਂ ਬਹਾਰ ਆਉਂਦੀ ਹੈ ਨਾ, ਉਦੋਂ ਫਿਰ ਬਹੁਤ ਫੁੱਲ ਖਿੜਨ ਦੀ ਸੰਭਾਵਨਾ ਹੁੰਦੀ। ਤੇ ਬਹਾਰ ਆਈ ਹੋਈ ਹੈ, ਤੇ ਹੁਣ ਬਗੀਚੀ ਮਹਿਕੇਗੀ।